ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਪ੍ਰੇਮ ਭਾਵਨਾ ਉਤਸ਼ਾਹ ਦੇ ਨਾਲ ਪੂਰਾ ਜਗਤ ਮਨਾ ਰਿਹਾ ਹੈ। ਔਰ ਇਸ ਮੁਬਾਰਕ ਦਿਹਾੜੇ ਦੀਆਂ ਆਪ ਸਮੁੱਚੇ ਸੰਸਾਰ ਨੂੰ ਲੱਖ ਲੱਖ ਮੁਬਾਰਕਾਂ। ਆਓ ਜਿੱਥੇ ਅਸੀਂ ਸਤਿਗੁਰਾਂ ਦੇ ਇਹ ਪਾਵਨ ਪੁਰਬ ਮਨਾ ਕਰਕੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਰਹਿਮਤ ਪ੍ਰਾਪਤ ਕਰ ਰਹੇ ਹਾਂ, ਖੁਸ਼ੀਆਂ ਦਾ ਆਨੰਦ ਮਾਣ ਰਹੇ ਹਾਂ, ਉੱਥੇ ਹੀ ਸਤਿਗੁਰਾਂ ਦੇ ਪਾਵਨ ਵਜੂਦ ਬਾਰੇ, ਸਤਿਗੁਰਾਂ ਦੇ ਸਿਧਾਂਤਾਂ ਬਾਰੇ ਵਿਚਾਰ ਵਟਾਂਦਰਾ ਕਰੀਏ। ਕੁਝ ਕੁ ਬੇਨਤੀਆਂ ਆਪ ਸਮੁੱਚੀਆਂ ਸੰਗਤਾਂ ਦੇ ਨਾਲ, ਜਿਹੜੀਆਂ ਵੀ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਦਾ ਆਨੰਦ ਮਾਣਦੀਆਂ ਨੇ, ਸਤਿਗੁਰਾਂ ਦੀ ਅਗਵਾਈ ਦੇ ਵਿੱਚ ਆਪਣੇ ਮਾਨਵ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੀਆਂ ਨੇ। ਗੁਰਮੁਖ ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਢਲਾ ਉਪਦੇਸ਼ ਹੈ, ਸਭੇ ਸਾਂਝੀ ਵਾਲ ਸਦਾਇਣ, ਕੋਏ ਨਾ ਦਿਸੈ ਬਾਹਰਾ ਜੀਓ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਿੱਸੇ ਆਇਆ ਹੈ। ਮੇਰੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਗ੍ਰੰਥ ਆਪਣੇ ਆਪਣੇ ਖਿੱਤੇ ਦੀ, ਆਪਣੇ ਆਪਣੇ ਘਰ ਦੀ ਗੱਲ ਕਰਦੇ ਨੇ, ਉੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਚੌਹਾਂ ਵਰਨਾਂ ਦੇ ਵਿੱਚੋਂ, ਚਾਰਾਂ ਦਿਸ਼ਾਵਾਂ ਦੇ ਵਿੱਚੋਂ ਕਿਸੇ ਵੀ ਸਮੇਂ ਕੋਈ ਵੀ ਮਨੁੱਖ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਸਕਦਾ ਹੈ। ਭੁੱਖੇ ਨੂੰ ਅੰਨ ਮਿਲੇਗਾ, ਤਨ ਤੋਂ ਨੰਗੇ ਨੂੰ ਤਨ ਢੱਕਣ ਵਾਸਤੇ ਕੱਪੜਾ ਮਿਲੇਗਾ, ਸਰੀਰਕ ਸੁੱਖ ਮਿਲਣਗੇ ਅਤੇ ਆਤਮਿਕ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ। ਇਹ ਸਤਿਗੁਰਾਂ ਦਾ ਪਾਵਨ ਉਪਦੇਸ਼ ਸਮੁੱਚੀ ਮਾਨਵਤਾ ਦੇ ਲਈ ਹੈ। ਗੁਰਮੁਖ ਪਿਆਰਿਓ, ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਸੰਭਵ ਨਹੀਂ। ਧਰਮ ਗ੍ਰੰਥ ਹੀ ਆਪਣੇ ਪੈਗੰਬਰਾਂ, ਗੁਰੂਆਂ, ਪੀਰਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਲਈ ਰਾਹ ਨਿਰਧਾਰਤ ਕਰਦੇ ਨੇ। ਉਹਨਾਂ ਧਰਮ ਗ੍ਰੰਥਾਂ ਦਾ ਓਟ ਆਸਰਾ ਲੈ ਕਰਕੇ ਅੱਜ ਵੀ ਅਸੀਂ ਦੇਖਦੇ ਹਾਂ, ਪ੍ਰਮੁੱਖ ਧਰਮ ਹਜ਼ਾਰਾਂ ਸਾਲ ਪੁਰਾਣੇ ਹੋਣ ਦੇ ਬਾਵਜੂਦ ਵੀ ਆਪਣੀ ਸਾਰਥਿਕਤਾ ਜਿਉਂ ਦੀ ਤਿਉਂ ਨਵਾਂ ਨਰੋਆ ਰੱਖ ਰਹੇ ਨੇ। ਇਹ ਧਰਮ ਗ੍ਰੰਥਾਂ ਸਦਕਾ ਹੀ ਦੁਨੀਆ ਦੇ ਹਰ ਹਿੱਸੇ ਵਿੱਚ, ਹਰ ਧਰਮ ਵਿੱਚ, ਹਰ ਸੱਭਿਆਚਾਰ ਦੇ ਲੋਕਾਂ ਦੀ ਆਮਦ ਅਸੀਂ ਵੇਖ ਰਹੇ ਹਾਂ। ਧਰਮ ਗ੍ਰੰਥ ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾਂ ਦੀ ਜਿੰਦ ਜਾਨ ਹੁੰਦੇ ਨੇ। ਧਰਮ ਗ੍ਰੰਥਾਂ ਤੋਂ ਬਿਨਾਂ ਧਰਮ ਦਾ ਹਨੇਰੇ ਦੇ ਵਿੱਚ ਲੁਪਤ ਹੋ ਜਾਣਾ, ਵਜੂਦ ਖਤਮ ਹੋ ਜਾਣਾ, ਹੋਂਦ ਖਤਮ ਹੋਣ ਜਾਣ ਦਾ ਖਤਰਾ ਬਣਿਆ ਰਹਿੰਦਾ ਅਤੇ ਹੋ ਵੀ ਜਾਂਦੇ ਨੇ। ਅਸੀਂ ਦੇਖਦੇ ਨੇ ਬੜੇ ਧਰਮ ਨੇ ਜਿਹੜੇ ਅੱਜ ਇਸ ਦੁਨੀਆ ਦੇ ਉੱਤੇ ਨਾ ਮਾਤਰ ਹੀ ਰਹਿ ਗਏ ਨੇ, ਕੋਈ ਬਹੁਤੇ ਤਾਂ ਖਤਮ ਵੀ ਹੋ ਚੁੱਕੇ ਨੇ। ਇਸ ਲਈ ਧਰਮ ਗ੍ਰੰਥਾਂ ਨੂੰ ਧਰਮ ਦੀ ਜਿੰਦ ਜਾਨ ਪ੍ਰਵਾਨ ਕੀਤਾ ਗਿਆ। ਸਿੱਖ ਧਰਮ ਦੀ ਵੱਖਰੀ ਹੋਂਦ ਹੈ। ਕਿਉਂ ਹੈ? ਸਿੱਖ ਧਰਮ ਕੋਈ ਸੁਧਾਰਕ ਲਹਿਰ ਨਹੀਂ, ਜਿਵੇਂ ਦੇਸ਼ਾਂ ਦੇ ਵਿੱਚ ਮੌਜੂਦਾ ਸਰਕਾਰਾਂ ਵੱਲੋਂ ਅਸੂਲਾਂ ਦੇ ਵਿੱਚ ਕਮੀਆਂ ਆ ਜਾਂਦੀਆਂ ਨੇ, ਆਮ ਜਨਤਾ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਅਤੇ ਉਹਦੇ ਵਿਰੋਧ ਦੇ ਵਿੱਚ ਕੁਝ ਇਨਸਾਨ, ਕੁਝ ਲਹਿਰਾਂ ਉੱਠਦੀਆਂ ਨੇ
ਜਿਨ੍ਹਾਂ ਨੂੰ ਸੁਧਾਰਕ ਲਹਿਰਾਂ ਕਿਹਾ ਜਾਂਦਾ ਹੈ, ਉਹ ਫਿਰ ਸਰਕਾਰਾਂ ਦਾ ਵਿਰੋਧ ਕਰਕੇ ਤੇ ਉਹ ਆਈਆਂ ਹੋਈਆਂ ਊਨਤਾਈਆਂ ਨੂੰ ਦੁਬਾਰਾ ਸੁਰਜੀਤ ਕਰਦੀਆਂ ਨੇ। ਉਹਨਾਂ ਨੂੰ ਸੁਧਾਰਕ ਲਹਿਰਾਂ ਕਿਹਾ ਜਾਂਦਾ ਹੈ। ਤੇ ਸਾਡੇ ਭਾਰਤ ਵੰਸ਼ ਦੇ ਇਤਿਹਾਸ ਦੇ ਵਿੱਚ ਐਸੀਆਂ ਲਹਿਰਾਂ ਬਹੁਤ ਜ਼ਿਆਦੀਆਂ ਉੱਠੀਆਂ। ਆ ਪਿੱਛੇ ਜੇ ਕਿਸਾਨੀ ਅੰਦੋਲਨ ਇਸ ਦੀ ਬਹੁਤ ਵੱਡੀ ਉਦਾਹਰਨ ਹੈ। ਸੋ ਰਹੋ ਵਿਚਾਰ, ਸਿੱਖ ਧਰਮ ਕੋਈ ਸੁਧਾਰਕ ਲਹਿਰ ਨਹੀਂ। ਸਿੱਖ ਧਰਮ ਦੇ ਬਾਨੀ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਹੋਏ। ਔਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਪਰੰਪਰਾਗਤ ਧਰਮਾਂ ਦੇ ਸਿਧਾਂਤਾਂ ਨੂੰ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ। ਚੱਲ ਰਹੇ ਧਰਮਾਂ ਦੇ ਸਿਧਾਂਤਾਂ ਨੂੰ ਨਹੀਂ ਮੰਨਿਆ ਔਰ ਉਹਨਾਂ ਦੀ ਜਗ੍ਹਾ ਆਪਣੇ ਨਵੇਂ ਸਿਧਾਂਤਾਂ ਦੀ ਨੀਂਹ ਰੱਖੀ, ਜਿਹੜੇ ਸਿਧਾਂਤ ਮਨੁੱਖਤਾ ਦੀ ਲੁੱਟ ਦਾ ਰਸਤਾ ਖੋਲ੍ਹਣ ਵਾਲੇ ਸਿਧਾਂਤਾਂ ਨੂੰ ਚਕਨਾਚੂਰ ਕਰਦੇ ਨੇ, ਖਤਮ ਕਰਦੇ ਨੇ। ਮਾਨਵਤਾ ਦੀ ਲੁੱਟ ਖਸੁੱਟ ਕਰਨ ਵਾਲੇ ਸਿਧਾਂਤਾਂ ਦਾ ਪਰਦਾਫਾਸ਼ ਕਰਦੇ ਨੇ। ਜਿਹੜੇ ਸਿਧਾਂਤ ਨਵੇਂ ਮਨੁੱਖ, ਨਵੇਂ ਸਮਾਜ ਅਤੇ ਨਵੇਂ ਰਾਸ਼ਟਰ ਦੀ ਸਿਰਜਣਾ ਕਰਨ ਵਾਲੇ ਸਿਧਾਂਤਾਂ ਦੇ ਪੂਰਨੇ ਪਾਉਂਦੇ ਨੇ। ਇਹ ਗੱਲ ਦਾ ਕੋਈ ਓਹਲਾ ਨਹੀਂ, ਕੋਈ ਲੁਕਾ ਨਹੀਂ। ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਰੱਬੀ ਬਾਣੀ, ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ। ਇਸ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਨੇ, ਵਰਤ ਨਾ ਰਹੋ ਨਾਮੈ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਏਕ ਗੁਸਾਈ ਅੱਲੋਹ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ। ਇਹ ਸਤਿਗੁਰਾਂ ਦੇ ਪਾਵਨ ਬਚਨ, ਜਿਨ੍ਹਾਂ ਰਾਹੀਂ ਸਤਿਗੁਰਾਂ ਨੇ ਪਰੰਪਰਾਗਤ ਤੌਰ 'ਤੇ ਚੱਲ ਰਹੇ ਸਿਧਾਂਤਾਂ ਨੂੰ, ਜਿਹੜੇ ਸਿਧਾਂਤ ਆਮ ਜਨਤਾ ਨੂੰ ਕੁਚਲਣ ਦੇ ਲਈ ਬਣੇ, ਜਿਹੜੇ ਸਿਧਾਂਤ ਆਮ ਮਨੁੱਖਾਂ ਦੀ ਦਰਦ ਨੂੰ, ਉਹਨਾਂ ਦੀ ਭਾਵਨਾ ਨੂੰ ਸਮਝਣ ਦੇ ਬਿਲਕੁਲ ਉਲਟ ਨੇ, ਉਹਨਾਂ ਨੂੰ ਲਿਤਾੜਨ ਵਾਲੇ ਨੇ, ਉਹਨਾਂ ਸਾਰੇ ਸਿਧਾਂਤਾਂ ਦਾ ਮੇਰੇ ਪਾਤਸ਼ਾਹ ਨੇ ਵਿਰੋਧ ਕੀਤਾ, ਉਹਨਾਂ ਨੂੰ ਅਪਣਾਇਆ ਨਹੀਂ। ਇਸ ਤੋਂ ਇਲਾਵਾ ਕਿਸੇ ਵੀ ਧਰਮ ਦੀ ਇੱਕ ਵੱਖਰੀ ਹੋਂਦ ਦੇ ਲਈ 5 ਅਸੂਲ ਬੁੱਧੀਜੀਵੀਆਂ ਨੇ ਮੰਨੇ ਨੇ। 5 ਮੂਲ ਗੁਣ ਹੋਣੇ ਚਾਹੀਦੇ ਨੇ ਕਿਸੇ ਵੀ ਧਰਮ ਦੇ ਵਿੱਚ, ਜਿਨ੍ਹਾਂ ਦੇ ਵਿੱਚ ਨੇ ਧਰਮ ਦਾ ਪੈਗੰਬਰ ਮੋਢੀ ਹੋਵੇ, ਉਸ ਧਰਮ ਦੀ ਲਿਪੀ ਹੋਵੇ, ਆਪਣੀ ਬੋਲੀ ਹੋਵੇ, ਆਪਣਾ ਸੱਭਿਆਚਾਰ ਹੋਵੇ, ਧਰਮ ਗ੍ਰੰਥ ਹੋਵੇ ਤੇ ਧਰਮ ਦੀ ਇੱਕ ਵੇਸ਼ ਭੂਸ਼ਾ, ਇੱਕ ਸਰੂਪ ਹੋਵੇ। ਧਰਮ ਨੂੰ ਮੰਨਣ ਵਾਲੇ ਅਨੁਯਾਈਆਂ ਦਾ, ਮੰਨਣ ਵਾਲੇ ਪੈਰੋਕਾਰਾਂ ਦਾ ਇੱਕ ਸਰੂਪ ਹੋਵੇ। ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਸਿੱਖ ਧਰਮ ਦੇ ਕੋਲ ਆਪਣੇ 10 ਪੈਗੰਬਰ, 10 ਗੁਰੂ ਸਾਹਿਬਾਨ ਤੇ ਸਿੱਖ ਧਰਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਆਪਣੀ ਲਿਪੀ, ਆਪਣੀ ਬੋਲੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਸਰੂਪ ਦੇ ਵਿੱਚ ਸਵਾਰ ਬਣਾ ਕੇ ਹੋਂਦ ਵਿੱਚ ਲਿਆਉਂਦੇ ਨੇ। ਸਿੱਖ ਸਿਧਾਂਤਾਂ 'ਤੇ ਆਧਾਰਿਤ ਆਪਣਾ ਸੱਭਿਆਚਾਰਕ ਵਿਰਸਾ ਪੈਦਾ ਹੋ ਗਿਆ। 3 ਗੁਣ ਆ ਗਏ। ਚੌਥੇ ਗੁਣ ਦੀ ਲੋੜ ਸੀ ਧਰਮ ਗ੍ਰੰਥ, ਜਿਹੜਾ ਅੱਜ ਦੇ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਲੈ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੱਕ, 5 ਸਰੂਪਾਂ ਤੱਕ, ਔਰ ਸਤਿਗੁਰੂ ਜੀ ਦੇ ਸਮੇਂ ਤੋਂ ਪਹਿਲਾਂ ਜਿੰਨੇ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਪੂਜਣ ਵਾਲੇ, ਉਹਨੂੰ ਮੰਨਣ ਵਾਲੇ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਸੰਤ ਭਗਤ ਮਹਾਤਮਾ ਹੋਏ, ਉਹਨਾਂ ਸਾਰਿਆਂ ਦੇ ਉਹ ਰੱਬੀ ਬੋਲ
ਇੱਕ ਥਾਂ 'ਤੇ ਇਕੱਤਰਿਤ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਦੇ ਵਿੱਚ ਸਾਨੂੰ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤੇ। ਜਿਹੜੇ ਧਰਮ ਗ੍ਰੰਥ ਜਦੋਂ ਸੰਪਾਦਨਾ ਹੁੰਦੀ ਹੈ ਤੇ ਨਾਮ ਰੱਖਿਆ ਜਾਂਦਾ ਹੈ ਆਦਿ ਗ੍ਰੰਥ ਜਾਂ ਆਦਿ ਬੀੜ। ਇਹ ਸਤਿਗੁਰੂ ਸਾਹਿਬਾਨ ਨੇ ਇੱਕ ਐਸਾ ਸੁਮੇਲ ਪੈਦਾ ਕੀਤਾ ਜਿਹਦੇ ਵਿੱਚ ਊਚ ਨੀਚ ਭੇਦ ਭਾਵ ਅਮੀਰ ਗਰੀਬ ਇਹਨਾਂ ਸਾਰੀਆਂ ਲਾਹਨਤਾਂ ਨੂੰ ਇੱਕ ਪਾਸੇ ਕਰਕੇ ਰੱਖ ਦਿੱਤਾ। ਮਾਨਸ ਕੀ ਜਾਤ ਸਭੈ ਏਕਹਿ ਪਹਿਚਾਨ ਬੋਧਾ ਹੋਕਾ ਦਿੱਤਾ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਐਸੇ ਉਪਦੇਸ਼ ਦੇ ਕਰਕੇ ਸਮੁੱਚੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਣ ਦਾ ਸੰਦੇਸ਼ ਦਿੱਤਾ। ਸਾਰਿਆਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼ ਵੰਸ਼ ਹੋਣ ਦਾ ਸੰਦੇਸ਼ ਦਿੱਤਾ। ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅੱਜ ਦੇ ਦਿਨ ਸੰਮਤ 1661 ਬਿਕਰਮੀ ਸੰਨ 1604 ਈਸਵੀ ਦੇ ਵਿੱਚ ਸ੍ਰੀ ਰਾਮਸਰ ਸਾਹਿਬ ਜੀ ਦਾ ਪਾਵਨ ਅਸਥਾਨ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਹੈ, ਜਿੱਥੇ ਅੱਜ ਕੱਲ੍ਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀਆਂ ਦਾ ਅਸਥਾਨ ਬਣਿਆ ਹੋਇਆ, ਉਹਦੇ ਬਿਲਕੁਲ ਨਜ਼ਦੀਕ ਹੈ। ਉਸ ਪਾਵਨ ਜਗ੍ਹਾ ਨੂੰ ਚੁਣਿਆ ਗਿਆ। ਉਸ ਜਗ੍ਹਾ ਦੀ ਚੋਣ ਕਰਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਤਾ ਦਾ ਕਾਰਜ ਸੰਪੂਰਨ ਕੀਤਾ ਤੇ ਇਸ ਪਵਿੱਤਰ ਆਦਿ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਨੂੰ ਲਿਖਣ ਦਾ ਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਇਹ ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਵਰੂਪ ਤਿਆਰ ਹੋ ਗਏ ਤੇ ਫਿਰ ਸ੍ਰੀ ਰਾਮਸਰ ਸਾਹਿਬ ਜੀ ਦੇ ਅਸਥਾਨ ਤੋਂ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਵਰੂਪਾਂ ਨੂੰ ਲੈ ਜਾਇਆ ਗਿਆ ਬੜੇ ਹੀ ਸਤਿਕਾਰ ਦੇ ਨਾਲ। ਤੇ ਨਾਲ ਮੇਰੇ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਕਿ ਇਹ ਰੱਬੀ ਬਾਣੀ ਹੈ, ਧੁਰ ਕੀ ਬਾਣੀ ਹੈ, ਤੇ ਇਹਨੂੰ ਉਸ ਪ੍ਰਮਾਤਮਾ ਦੇ ਬੋਲ ਸਮਝਣਾ, ਨਾ ਕਿ ਸਾਡੇ ਆਪਣੇ ਬੋਲ ਸਮਝਣਾ, ਕਿਉਂਕਿ ਇਹ ਸਾਡੀ ਆਪਣੀ ਬਾਣੀ ਨਹੀਂ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਵਿਲੱਖਣਤਾ ਹੈ। ਧਰਮਾਂ ਦੇ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਅਜਿਹੇ ਧਰਮ ਗ੍ਰੰਥ ਨੇ ਜਿਨ੍ਹਾਂ ਨੂੰ ਗੁਰੂ ਪਦਵੀ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਗੁਰੂ ਰੂਪ ਦੇ ਵਿੱਚ ਪ੍ਰਵਾਨ ਕੀਤੇ ਗਏ ਨੇ। ਇਸ ਤੋਂ ਪਹਿਲਾਂ ਸਨਾਤਨ ਧਰਮ, ਹਿੰਦੂ ਧਰਮ, ਇਸਲਾਮ ਧਰਮ, ਜੈਨੀ ਧਰਮ, ਬੋਧੀ ਧਰਮ, ਈਸਾਈ ਧਰਮ, ਹੋਰ ਜਿੰਨੇ ਵੀ ਧਰਮ ਹੋਏ ਨੇ, ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਪ੍ਰਾਪਤ ਨਹੀਂ। ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਪ੍ਰਾਪਤ ਹੋਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ। ਦੂਸਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਅਜਿਹੇ ਧਰਮ ਗ੍ਰੰਥ ਨੇ ਜਿਨ੍ਹਾਂ ਦੀ ਸੰਪਾਦਨਾ ਖੁਦ ਧਰਮ ਦੇ ਬਾਨੀਆਂ ਵੱਲੋਂ ਆਪ ਕੀਤੀ ਗਈ ਹੈ, ਜਿਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੰਕਿਆਂ ਅਤੇ ਕਿੰਤੂਆਂ ਪ੍ਰੰਤੂਆਂ ਤੋਂ ਬਿਲਕੁਲ ਮੁਕਤ ਪ੍ਰਵਾਨ। ਕਿਸੇ ਵੀ ਪ੍ਰਕਾਰ ਦਾ ਸ਼ੰਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦੇ ਉੱਤੇ ਕਰਨ ਦਾ ਕੋਈ ਸਬੱਬ ਨਹੀਂ ਬਣਦਾ। ਕਿਉਂਕਿ ਇਹ ਧਰਮ ਦੇ ਮੁਖੀਆਂ ਦੁਆਰਾ ਖੁਦ ਰਚਨਾ ਕੀਤੀ ਗਈ ਹੈ। ਹਾਲਾਂਕਿ ਜਦੋਂ ਅਸੀਂ ਦੂਸਰੇ ਧਰਮ ਗ੍ਰੰਥਾਂ ਦੀ ਵਿਚਾਰ ਕਰਦੇ ਹਾਂ, ਧਰਮਾਂ ਨੂੰ ਦੀ ਪੜਚੋਲ ਕਰਦੇ ਹਾਂ, ਤੇ ਸਾਨੂੰ ਪਤਾ ਲੱਗਦਾ ਹੈ ਜਿੰਨੇ ਵੀ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਮੋਢੀ ਹੋਏ ਨੇ, ਪੀਰ, ਪੈਗੰਬਰ, ਗੁਰੂ, ਔਲੀਏ ਹੋਏ ਨੇ, ਉਹਨਾਂ ਵਿੱਚੋਂ ਕਿਸੇ ਵੀ ਧਰਮ ਦੇ ਮੁਖੀ ਨੇ
ਧਾਰਮਿਕ ਗ੍ਰੰਥ ਆਪਣੇ ਹੱਥੀਂ ਨਹੀਂ ਲਿਖਿਆ। ਉਹਨਾਂ ਦੇ ਇਸ ਸੰਸਾਰ ਤੋਂ ਓਹਲੇ ਹੋਣ ਤੋਂ ਬਾਅਦ ਉਹਨਾਂ ਦੇ ਸੇਵਕਾਂ ਵੱਲੋਂ ਧਰਮ ਗ੍ਰੰਥ ਲਿਖੇ ਗਏ। ਅਤੇ ਇਹ ਦੂਸਰਾ ਬਹੁਤ ਵੱਡੀ ਵਿਲੱਖਣਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ, ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਪੂਰਨ ਬਾਣੀ ਖੁਦ ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਨੇ, ਜਿਨ੍ਹਾਂ ਦਾ ਵੇਰਵਾ ਭਾਈ ਗੁਰਦਾਸ ਸਾਹਿਬ ਦਿੰਦੇ ਨੇ। ਜਦੋਂ ਮੇਰੇ ਪਾਤਸ਼ਾਹ ਮੱਕੇ ਦੀ ਧਰਤੀ 'ਤੇ ਗਏ ਨਾ, ਅਤੇ ਉਸ ਵੇਲੇ ਦਾ ਜ਼ਿਕਰ ਬਾਬਾ ਗੁਰਦਾਸ ਜੀ ਕਰਦੇ ਨੇ। ਕਹਿੰਦੇ ਬਾਬਾ ਫਿਰ ਗਿਆ ਮੱਕੇ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਵਾਂਗ ਮੁਸੱਲਾ ਧਾਰੀ। ਇੱਕ ਸ਼ਬਦ ਹੋਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤਾ ਸੋ ਆਪਣਾ ਪੰਥ ਨਿਰਾਲਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਇੱਕ ਨਿਰਮਲ ਪੰਥ ਮੇਰੇ ਪਾਤਸ਼ਾਹ ਨੇ ਚਲਾ ਦਿੱਤਾ, ਜਿਹਦੇ ਵਿੱਚ ਖੁਦ ਆਪ ਮੇਰੇ ਪਾਤਸ਼ਾਹ ਉਸ ਪ੍ਰਮਾਤਮਾ ਦੀ, ਉਸ ਰੱਬ ਦੀ ਇਬਾਦਤ ਕਰਦੇ ਨੇ, ਅਤੇ ਉਹ ਇਬਾਦਤ ਨੂੰ ਆਪਣੀ ਜ਼ੁਬਾਨ ਤੋਂ ਉਚਾਰਨ ਕਰਕੇ ਅਤੇ ਆਪ ਧਰਮ ਗ੍ਰੰਥ ਦੇ ਵਿੱਚ ਸੁਸ਼ੋਭਿਤ ਕਰਦੇ ਨੇ। ਤੀਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਇਸ ਧਰਮ ਦੇ ਬਾਨੀਆਂ ਦੀਆਂ ਕਥਾ ਕਹਾਣੀਆਂ ਨੂੰ ਚਮਤਕਾਰੀ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ। 10 ਗੁਰੂ ਸਾਹਿਬਾਨ ਸਰੀਰਕ ਤੌਰ 'ਤੇ ਗੁਰਜੋਤ 10 ਸਰੂਪਾਂ ਦੇ ਵਿੱਚ ਵਰਤੀ। 10 ਸਰੂਪਾਂ ਨੇ ਸਰੀਰਕ ਤੌਰ 'ਤੇ ਜੋ ਵੀ ਹੰਢਾਇਆ ਕਮਾਇਆ, ਉਹਦੇ ਵਿੱਚੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਰੱਬੀ ਬਾਣੀ ਦੇ ਵਿੱਚ ਕੇਵਲ ਇੱਕ ਪਰਮਾਤਮਾ ਜੀ ਦੀ ਸਿਫਤ ਸਲਾਹ, ਉਹਦੀ ਵਡਿਆਈ, ਉਸ ਪਰਮਾਤਮਾ ਨੂੰ ਮਿਲਣ ਦਾ ਇੱਕ ਰਸਤਾ, ਇੱਕ ਜੁਗਤ ਦੱਸੀ, ਨਾ ਕਿ ਆਪਣੇ 10 ਜਾਮਿਆਂ ਦੇ ਵਿੱਚ ਜੋ ਵੀ ਕੌਤਕ ਹੋਏ ਉਹਨਾਂ ਦਾ ਜ਼ਿਕਰ ਕੀਤਾ। ਜਿਵੇਂ ਦੂਸਰੇ ਧਰਮਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਧਾਰਮਿਕ ਗ੍ਰੰਥਾਂ ਦੇ ਵਿੱਚ ਉਹ ਸਭ ਕੀਤਾ ਹੋਇਆ। ਤੀਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲਾ ਚਿੰਤਨ ਮਾਨਵ ਮੁਕਤੀ ਦੇ ਦਰਵਾਜ਼ੇ ਖੋਲ੍ਹਦਾ ਹੋਇਆ ਇੱਕ ਅਜਿਹੇ ਮਨੁੱਖ ਦੀ ਤਸਵੀਰ ਸਿਰਜਦਾ ਹੈ ਜੋ ਮਨੁੱਖਤਾ ਦੀ ਬੰਦ ਖਲਾਸੀ ਅਤੇ ਪਤ ਸੇਤੀ ਜੀਵਨ ਲਈ ਜ਼ਿੰਦਗੀ ਅਤੇ ਮੌਤ ਨੂੰ ਇੱਕੋ ਜਿਹਾ ਸਮਝਦਾ। ਪੰਜਵਾਂ, ਧਰਮ ਗ੍ਰੰਥ ਹਿੰਦੁਸਤਾਨ ਦੇ 500 ਸਾਲਾ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਦੇ ਇਤਿਹਾਸ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਵਿੱਚ ਸਮੋਈ ਬੈਠੇ ਨੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 5ਵੇਂ ਸਰੂਪ ਨੇ। ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ, ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲੇ ਸੰਤ ਭਗਤ ਮਹਾਤਮਾ ਹੋਏ ਨਾ, ਉਹਨਾਂ ਸਾਰਿਆਂ ਦੀ ਉਹ ਰੱਬੀ ਇਲਾਹੀ ਬਾਣੀ ਜਿਹੜੀ ਉਹ ਸਤਿਗੁਰਾਂ ਨੇ ਆਪਣੇ ਨਾਲ ਸੁਮੇਲ ਕਰਕੇ, ਇਕੱਤਰਤ ਕਰਕੇ ਇੱਕ ਥਾਂ 'ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਸੁਭਾਇਮਾਨ ਕੀਤੀ। ਸਤਿਗੁਰਾਂ ਨੇ ਇਹ ਨਹੀਂ ਵੇਖਿਆ ਕਿ ਉਹ ਨੀਵੀਂ ਜਾਤੀ ਦਾ, ਉਹ ਸ਼ੂਦਰ ਹੈ, ਉਹ ਵੈਸ਼ ਹੈ, ਉਹ ਬ੍ਰਾਹਮਣ ਹੈ, ਉਹ ਖੱਤਰੀ ਹੈ, ਐਸਾ ਕੁਝ ਨਹੀਂ ਦੇਖਿਆ। ਜਿਵੇਂ ਸਤਿਗੁਰਾਂ ਦਾ ਮੁੱਢਲਾ ਉਪਦੇਸ਼ ਹੈ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜੀਓ, ਉਸ ਸਿਧਾਂਤ ਨੂੰ ਪੱਕੇ ਤੌਰ 'ਤੇ ਮਜ਼ਬੂਤ ਕਰਦਿਆਂ ਹੋਇਆਂ ਸਤਿਗੁਰਾਂ ਨੇ ਉਹਨਾਂ ਸਾਰੇ ਸੰਤਾਂ ਭਗਤਾਂ ਦੀ ਬਾਣੀ ਇੱਕ ਥਾਂ 'ਤੇ ਇਕੱਤਰਤ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਪਾਦਿਤ ਕਰ ਦਿੱਤੀ। ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਕੀਤਾ ਗਿਆ, ਜਿਸ ਪੁਰਬ ਨੂੰ ਅੱਜ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਵਿੱਚ ਮਨਾਉਣ ਦਾ ਬੜਾ ਸਫਲਾ ਯਤਨ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤਾਬਿਆ ਬੈਠ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹੁਕਮ ਕੀਤਾ, ਬਾਬਾ ਬੁੱਢਾ ਖੋਲ੍ਹੋ ਗ੍ਰੰਥ,
ਲੇਹਵੋ ਆਵਾਜ਼ ਸੁਨਹਿ ਸਭ ਪੰਥ। ਉਸ ਵੇਲੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਤਾਬਿਆ ਬੈਠ ਕਰਕੇ ਪ੍ਰਕਾਸ਼ ਕੀਤੇ। ਸਤਿਗੁਰਾਂ ਦੇ ਪ੍ਰਕਾਸ਼ ਹੋਏ ਤੇ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪਹਿਲੇ ਹੁਕਮ ਬਖਸ਼ਿਸ਼ ਕੀਤੇ ਉਹ ਸਨ ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਹ ਪਾਵਨ ਹੁਕਮ, ਪਹਿਲਾ ਹੁਕਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸੁਭਾਏਮਾਨ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਮਾਨਵਤਾ ਨੂੰ ਦਿੱਤਾ। ਇਹ ਗੁਰਮੁਖ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਪੂਰਾ ਸਤਿਗੁਰ ਜਾਣੀਐ, ਪੂਰੇ ਪੂਰਾ ਥਾਟ ਬਣਾਇਆ। ਪੂਰੇ ਪੂਰਾ ਤੋਲ ਕੈ, ਘਟੈ ਨਾ ਵਧੈ, ਘਟਾਏ ਵਧਾਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਣੀ ਦੀ ਤਰਤੀਬ ਮੇਰੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬੜੇ ਸੁਚੱਜੇ ਤੇ ਵਿਲੱਖਣ ਤਰੀਕੇ ਦੇ ਨਾਲ ਕੀਤੀ। ਇਸ ਤੋਂ ਅੱਗੇ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰਾਂਗੇ, ਜਿਹਦੇ ਵਿੱਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਆਉਣ ਵਾਲੇ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦੀ ਬਾਣੀ, 35 ਮਹਾਂਪੁਰਖਾਂ ਦੇ ਅਮੋਲਕ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਨੇ। ਉਹਨਾਂ ਸਾਰਿਆਂ ਦੇ ਵਾਰ-ਵਾਰ ਆਪਾਂ ਲੜੀਵਾਰ ਆਪ ਸਮੁੱਚੀਆਂ ਸੰਗਤਾਂ ਦੇ ਸਨਮੁਖ ਜ਼ਿਕਰ ਕਰਾਂਗੇ, ਸਾਂਝ ਪਾਵਾਂਗੇ। ਸੋ ਅੱਜ ਦਾ ਇਹ ਪਾਵਨ ਮੁਬਾਰਕ ਦਿਹਾੜਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਸਤਿਗੁਰਾਂ ਦੇ ਇਸ ਮੁਬਾਰਕ ਦਿਹਾੜੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।